15 जुलाई को आने वाले प्लास्टिक और पुनः निर्माण दिवस पर अमनदीप अस्पताल जरूरतमंदों को मुफ्त ओपीडी के प्रावधान की घोषणा करता है। कुल मिलाकर 6 योग्य रोगियों को मुफ्त में प्लास्टिक एवं पुनः निर्माण सर्जरी का लाभ दिया जाएगा। इस दिन सभी मरीजों के लिए मुफ्त में ओपीडी की जाएगी। चयनित व्यक्तियों को उनकी चिकित्सा आवश्यकताओं और वित्तीय परिस्थितियों के आधार पर सावधानीपूर्वक पहचाना जाएगा। उन्हें व्यापक परामर्श, सर्जिकल प्रक्रियाएं और पोस्ट ऑपरेटिव देखभाल पूरी तरह से मुफ्त मिलेगी। जीवन बदलने वाली इन सर्जरी का उद्देश्य जन्मजात असामान्यताएं, दर्दनाक चोटें और कार्यात्मक हानि सहित कई स्थितियों को संबोधित करना है, जिससे लाभार्थियों को स्वस्थ और अधिक पूर्ण जीवन जीने की अनुमति मिलती है। डॉक्टर रवि महाजन, एचओडी और मुख्य प्लास्टिक, माइक्रोवास्कुलर और रिकंस्ट्रक्टिव सर्जन ने कहा, प्लास्टिक सर्जरी दिवस हमें समाज की सेवा करने का मौका देता है और उन लोगों के जीवन में सार्थक प्रभाव डालने का अवसर प्रदान करता है, जिन्हें इसकी सबसे अधिक आवश्यकता है। योग्य व्यक्तियों के जीवन में सकारात्मक बदलाव लाने के लिए समर्पित पेशेवरों की एक टीम के साथ काम करना और इस प्रयास का हिस्सा होना मेरे लिए सम्मान की बात है। अमनदीप अस्पताल लोगों को, चिकित्सा पेशेवरों और परोपकारियों को इस तरह की पहल का समर्थन करने और हाथ मिलाने के लिए प्रोत्साहित करता है। अस्पताल ये कोशिश करता रहेगा कि समाज के सभी सदस्यों के लिए स्वास्थ्य सेवाएं सुलभ हों। पंजाब 24 न्यूज से अमृतसर से विशाल शर्मा की रिपोर्ट। जी ਦੇ ਵਿੱਚ ਮੋٹੇ ਤੌਰ ਤੇ ਮੈਂ ਜਿਸ ਤਰ੍ਹਾਂ ਦੱਸਿਆ ਵੀ ਅਸੀਂ ਇਹਨੂੰ ਰੀਕਨਸਟਰਕਟਿਵ ਸਰਜਰੀ ਤੇ ਕਾਸਮੈਟਿਕ ਸਰਜਰੀ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਦੇ ਹਾਂ। ਅੱਗੋਂ ਰੀਕਨਸਟਰਕਟਿਵ ਸਰਜਰੀ ਜਿਹੜੀ ਹੈ ਉਹਦੇ ਵਿੱਚ ਅਸੀਂ ਹੈਂਡ ਸਰਜਰੀ, ਜਿਹਦੇ 'ਚ ਕੀ ਹੈਂਡ ਦੀਆਂ ਜਿਹੜੀਆਂ ਵੀ ਪ੍ਰੋਬਲਮਸ ਹੈ, ਕੋਈ ਉਹਦੇ 'ਚ ਹੈਂਡ ਦੀਆਂ ਜਿਹੜੀਆਂ ਪ੍ਰੋਬਲਮਸ ਹੈ ਉਹਦੇ 'ਚ ਜਮਾਂਦਰੂ ਪ੍ਰੋਬਲਮਸ ਹੋ ਸਕਦੀਆਂ, ਜਿਸ ਤਰ੍ਹਾਂ ਕਿਸੇ ਦੀਆਂ ਉਂਗਲੀਆਂ ਜੁੜੀਆਂ ਹੁੰਦੀਆਂ ਜਮਾਂਦਰੂ, ਕਿਸੇ ਦਾ ਅੰਗੂਠਾ ਜਿਹੜਾ ਹੈ ਉਹ ਨਹੀਂ ਹੁੰਦਾ, ਜਾਂ ਬਾਜੂ ਜਿਹੜੀ ਹੈ ਉਹ ਉਹਦੇ 'ਚ ਇੱਕ ਹੱਡੀ ਮਿਸਿੰਗ ਹੁੰਦੀ ਹੈ ਤੇ ਕਈ ਵਾਰੀ ਜਮਾਂਦਰੂ ਜਿਹੜਾ ਵਾ ਬਾਜੂ ਪੂਰਾ ਕੰਮ ਨਹੀਂ ਕਰ ਰਹੀ ਹੁੰਦੀ। ਸੋ ਜਮਾਂਦਰੂ ਪ੍ਰੋਬਲਮਸ ਜਿਹੜੀਆਂ ਹੈਂਡ ਦੀਆਂ, ਜਿਹੜੀਆਂ ਐਕਸੀਡੈਂਟ ਨਾਲ ਰਿਲੇਟਡ ਪ੍ਰੋਬਲਮਸ ਹੈ ਤੇ ਜਾਂ ਕੋਈ ਡਿਜ਼ੀਜ਼ ਜਿਹੜੀ ਹੈ, ਕੋਈ ਕਿਸੇ ਤਰ੍ਹਾਂ ਦਾ ਟਿਊਮਰ ਹੋ ਗਿਆ, ਕੁਝ ਹੋ ਗਿਆ, ਸੋ ਹੈਂਡ ਨਾਲ ਰਿਲੇਟਡ ਜਿੰਨੀ ਵੀ ਸਰਜਰੀ ਹੈ ਉਹ ਹੈਂਡ ਸਰਜਰੀ ਦੇ ਅੰਡਰ ਕੀਤੀ ਜਾਂਦੀ ਹੈ, ਜੋ ਕਿ प्लास्टिक सर्जरी का एक हिस्सा है। एक्सीडेंट कोई चीज अंग कटिया जाता है तो भी प्लास्टिक सर्जरी है तो बिल्कुल ਉਹਨੂੰ प्लास्टिक सर्जरी ਦੇ ਟੈਕਨੀਕ ਹੁੰਦੀ ਹੈ ਇੱਕ ਮਾਈਕਰੋਵਾਸਕੂਲਰ ਸਰਜਰੀ, ਉਹਦੇ ਰਾਹੀਂ ਅਸੀਂ ਉਹਨੂੰ ਦੁਬਾਰਾ ਤੋਂ ਕੱਟੇ ਹੋਏ ਅੰਗ ਨੂੰ ਜੋੜ ਸਕਦੇ ਹਾਂ। ਸਕਸੈਸਫੁਲ ਰੇਟ ਕਿੰਨਾ ਜੀ ਇਹਦਾ? ਸਕਸੈਸਫੁਲ ਰੇਟ ਜਿਹੜਾ ਹੈ ਉਹ ਡਿਪੈਂਡ ਕਰਦਾ ਹੈ ਵੀ ਸੱਟ ਕਿਸ ਤਰ੍ਹਾਂ ਦੀ ਹੈ। ਜਿਹੜੇ ਕੇਸਿਸ ਜਿਹੜੇ ਹੈ ਉਹ ਸ਼ਾਰਪ ਇੰਜਰੀਜ਼ ਹੁੰਦੀਆਂ, ਜਿਸ ਤਰ੍ਹਾਂ ਕਿਸੇ ਦਾ ਟੋਕੇ ਨਾਲ ਕੱਟਿਆ ਗਿਆ ਜਾਂ ਅਸੌਲਟ ਕੇਸਿਸ 'ਚ ਕਈ ਵਾਰੀ ਤਲਵਾਰ ਨਾਲ ਕੱਟਿਆ ਗਿਆ, ਉਹਨਾਂ ਕੇਸਿਸ 'ਚ ਆਲਮੋਸਟ 90% ਸਕਸੈਸ ਰੇਟ ਜਿਹੜਾ 90 to 95% ਹੁੰਦਾ ਹੈ। ਲੇਕਿਨ ਜਿਹੜੇ ਕੇਸਿਸ ਦੇ ਵਿੱਚ ਥੋੜ੍ਹੀ ਕ੍ਰਸ਼ ਇੰਜਰੀ ਹੁੰਦੀ ਹੈ, ਉਹਨਾਂ ਕੇਸਿਸ ਦੇ ਵਿੱਚ ਸਕਸੈਸ ਰੇਟ ਜਿਹੜਾ ਹੈ ਉਹ ਕੈਨ ਬੀ ਅਰਾਊਂਡ 60 to 70%। ਲੇਕਿਨ ਉਹ ਹਰ ਕੇਸ 'ਤੇ ਡਿਪੈਂਡ ਕਰਦਾ ਹੈ। ਉਹਦੇ 'ਚ ਹੋਰ ਵੀ ਬੜੇ ਸਾਰੇ ਫੈਕਟਰਸ ਅਕਾਊਂਟ ਕਰਦੇ ਹੈ ਵੀ ਉਹ ਲੈਵਲ ਕੀ ਹੈ, ਵੀ ਉਹ ਇਸ ਲੈਵਲ ਤੋਂ ਕੱਟਿਆ, ਇੱਥੋਂ ਕੱਟਿਆ ਜਾਂ ਬਹੁਤ ਅੱਗੋਂ ਕੱਟਿਆ, ਔਰ ਉਹਨੂੰ ਕੱਟੇ ਹੋਏ ਨੂੰ ਟਾਈਮ ਕਿੰਨਾ ਹੋ ਗਿਆ, ਔਰ ਉਹ ਪਾਰਟ ਨੂੰ ਪ੍ਰੋਪਰ ਤਰ੍ਹਾਂ ਪ੍ਰੀਜ਼ਰਵ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ। ਚੂँकि ਤੁਸੀਂ ਇਹ ਸਵਾਲ ਪੁੱਛਿਆ ਤੇ ਮੈਂ ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਜੇ ਤੁਹਾਡੇ ਥਰੂ ਲੋਕਾਂ ਤੱਕ ਪਹੁੰਚਾਉਣਾ ਚਾਹਾਂਗਾ ਕਿ ਜੇ ਕਿਸੇ ਦਾ ਕੋਈ ਅੰਗ ਕੱਟਿਆ ਜਾਂਦਾ ਹੈ ਤੇ ਉਹਨੂੰ ਪ੍ਰੋਪਰ ਪ੍ਰੀਜ਼ਰਵ ਕਰਨਾ ਬਹੁਤ ਇੰਪੋਰਟੈਂਟ ਹੈ। ਜਦੋਂ ਤੁਸੀਂ ਕਿਸੇ ਇਹ ਜਿਹੇ ਸੈਂਟਰ ਜਿੱਥੇ ਇਸ ਤਰ੍ਹਾਂ ਦੀ ਸਰਜਰੀ ਦੀ ਸੁਵਿਧਾ ਅਵੇਲੇਬਲ ਹੈ ਉੱਥੇ ਲੈ ਕੇ ਜਾਣਾ ਹੈ ਤੇ ਉਹਨੂੰ ਪਹਿਲੇ ਇੱਕ ਪੋਲੀਥੀਨ ਲਿਫਾਫੇ ਦੇ ਵਿੱਚ ਪਾਇਆ ਜਾਏ, ਕੱਟੇ ਹੋਏ ਪਾਰਟ ਨੂੰ, ਉਹਨੂੰ ਗੰਢ ਮਾਰ ਕੇ ਸੀਲ ਕੀਤਾ ਜਾਏ ਔਰ ਫਿਰ ਉਹਨੂੰ ਕਿਸੇ ਬਰਤਨ ਦੇ ਵਿੱਚ ਬਰਫ਼ ਰੱਖ ਕੇ ਉਹਦੇ 'ਚ ਰੱਖਿਆ ਜਾਏ। ਦੋ ਚੀਜ਼ਾਂ ਇੰਪੋਰਟੈਂਟ ਹੈ। ਇੱਕ ਤਾਂ ਕੱਟੇ ਹੋਏ ਅੰਗ ਨੂੰ ਤੁਸੀਂ ਕਦੀ ਵੀ ਕਿਸੇ ਵੀ ਫਲੂਇਡ ਦੇ ਵਿੱਚ, ਕਿਸੇ ਵੀ ਤਰ੍ਹਾਂ ਦੇ ਪਾਣੀ 'ਚ ਜਾਂ ਗਲੂਕੋਜ਼ 'ਚ ਜਾਂ ਕਿਸੇ ਵੀ ਚੀਜ਼ 'ਚ ਨਹੀਂ ਪਾਉਣਾ। ਸਿਰਫ ਬਿਨਾਂ ਕੋਈ ਚੀਜ਼ ਪਾਇਓ ਪੋਲੀਥੀਨ ਦੇ ਅੰਦਰ ਪਾ ਕੇ ਉਹਨੂੰ ਲਪੇਟ ਦੇਣਾ। ਔਰ ਦੂਸਰੀ ਗੱਲ ਇੰਪੋਰਟੈਂਟ ਇਹ ਹੈ ਕਿ ਸਿੱਧਾ ਬਰਫ਼ ਨਾਲ ਕੰਟੈਕਟ ਨਹੀਂ ਆਉਣਾ ਚਾਹੀਦਾ। ਉਹਨੂੰ ਇਹ ਨਹੀਂ ਵੀ ਸਿੱਧਾ ਤੁਸੀਂ ਬਰਫ਼ ਦੇ ਵਿੱਚ ਪਾ ਦਿਓ, ਪਹਿਲੇ ਲਿਫਾਫੇ 'ਚ ਪਾਓ ਫਿਰ ਬਰਫ਼ 'ਚ ਪਾਓ। ਸਿੱਧਾ ਬਰਫ਼ 'ਤੇ ਨਹੀਂ ਰੱਖਣਾ, ਉਹਦੇ ਨਾਲ ਡੈਮੇਜ ਹੋ ਜਾਂਦਾ ਪਾਰਟ। ਫਿਰ ਉਹਦੇ ਚਾਂਸਿਸ ਜਿਹੜੇ ਹੈ, ਤੁਸੀਂ ਜਿਸ ਤਰ੍ਹਾਂ ਕਿਹਾ ਸਕਸੈਸ ਰੇਟ ਫਿਰ ਘੱਟ ਜਾਂਦਾ ਹੈ ਜੇ ਅਸੀਂ ਉਹਨੂੰ ਪ੍ਰੋਪਰ ਪ੍ਰੀਜ਼ਰਵ ਨਹੀਂ ਕਰਦੇ। ਸੋ ਇਹ ਵੀ ਮੈਂ ਚਾਹਾਂਗਾ ਵੀ ਤੁਹਾਡੇ ਥਰੂ ਲੋਕਾਂ ਤੱਕ ਇਹ ਪਹੁੰਚਾਇਆ ਜਾਏ ਵੀ ਜਿਹੜਾ ਕੱਟਿਆ ਹੋਇਆ ਅੰਗ ਹੈ ਉਹਨੂੰ ਪ੍ਰੋਪਰ ਪ੍ਰੀਜ਼ਰਵ ਕਰਨੇ ਦਾ ਕੀ ਤਰੀਕਾ ਹੈ। ਥੈਂਕ ਯੂ ਸਰ।